ਅਕਸਰ ਅਸੀਂ ਅੱਜਕੱਲ ਜਿਹੜੀ ਖਬਰਾਂ ਪੜ੍ਹ ਰਹੇ ਹਾਂ ਤੇ ਉਸ ਵਿੱਚ ਇਹ ਨਜ਼ਰ ਆ ਰਿਹਾ ਹੈ ਕਿ ਨੌਜਵਾਨਾਂ ਦੇ ਵਿੱਚ ਕਾਰਡਿਕ ਅਰੈਸਟ ਬਹੁਤ ਜ਼ਿਆਦਾ ਕਾਮਨ ਹੋ ਚੁੱਕਿਆ ਹੈ। ਜਦੋਂ ਆਪਾਂ ਹਾਰਟ ਡਿਸੀਜ਼ ਦੀ ਗੱਲ ਕਰਦੇ ਹਾਂ ਤਾਂ ਮੋਸਟ ਕਾਮਨ ਜੋ ਸਭ ਨੂੰ ਪਤਾ ਹੈਗਾ ਕਿ ਬਈ ਬੇਸਿਕਲੀ ਹਾਰਟ ਦੀ ਜਿਹੜੀ ਨਸਾਂ ਹੁੰਦੀਆਂ ਹੈਗੀਆਂ ਨੇ ਉਹਦੇ ਅੰਦਰ ਬਲੌਕੇਜ ਹੋ ਜਾਂਦੀ ਹੈ, ਜਿਸ ਕਰਕੇ ਹਾਰਟ ਅਟੈਕ ਆ ਜਾਂਦਾ ਹੈ। ਹਾਰਟ ਡਿਜ਼ੀਜ਼ਸ ਹੋਣ, ਹਾਰਟ ਅਟੈਕ ਹੋਣ, ਕਾਰਡਿਕ ਅਰੈਸਟ ਹੋਣ, ਪਹਿਲਾਂ ਤਾਂ ਲੋਕੀ ਇਹਨਾਂ ਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੇ। ਹਾਰਟ ਡਿਸੀਜ਼ ਬੜੇ ਸਾਰੇ ਟਾਈਪਸ ਦੇ ਹੁੰਦੇ ਨੇ, ਜਿਵੇਂ ਬੱਚਿਆਂ ਵਿੱਚ ਕੰਜੀਨਾਈਟਲ ਹਾਰਟ ਡਿਸੀਜ਼ ਹੁੰਦਾ ਹੈਗਾ। ਕੰਜੀਨਾਈਟਲ ਹਾਰਟ ਡਿਸੀਜ਼ ਦਾ ਮਤਲਬ ਹੁੰਦਾ ਜਦੋਂ ਬੱਚਾ ਪੈਦਾ ਹੁੰਦਾ ਹੈਗਾ ਤੇ ਉਹਦੇ ਹਾਰਟ ਵਿੱਚ ਹੋਲ ਹੋ ਸਕਦਾ ਹੈ ਜਾਂ ਉਹਨੂੰ ਲੰਗਸ ਨੂੰ ਪ੍ਰੋਪਰ ਬਲੱਡ ਸਪਲਾਈ ਨਹੀਂ ਜਾਂਦੀ ਹੈਗੀ ਹੈ ਤੇ ਉਸ ਕਰਕੇ ਬੱਚਾ ਨੀਲਾ ਪੈ ਸਕਦਾ ਹੈ। ਕਾਰਡੀਓਮਾਇਓਪੈਥੀ ਵਿੱਚ ਕੀ ਹੁੰਦਾ ਕਿ ਜਿਹੜੀ ਹਾਰਟ ਦੀ ਮਸਲਸ ਹੁੰਦੀਆਂ ਨੇ ਉਹਨਾਂ ਦੀ ਕਈ ਵਾਰ ਥਿਕਨੈਸ ਵੱਧ ਜਾਂਦੀ ਹੈ, ਜਿਸ ਕਰਕੇ ਹਾਰਟ ਇਲੈਕਟ੍ਰੀਕਲੀ ਅਨਸਟੇਬਲ ਹੋ ਜਾਂਦਾ ਹੈ। ਇਹ ਦੇਖਿਆ ਗਿਆ ਹੈਗਾ ਡਿਊਰਿੰਗ ਹੈਵੀ ਐਗਜ਼ਰਸ਼ਨ ਔਰ ਡਿਊਰਿੰਗ ਜਿਮ the person can have a certain cardiac arrest, basically the heart stop ho janda hai and that can lead to death at an early age. We all know basically ki jehda insomnia hai, lack of sleep hai, that is a major risk factor for cardiac disease. It is very important to have good sleep. ਸਾਡੀ ਇੱਕ ਸਰਟਨ ਏਜ ਹੋ ਜਾਂਦੀ ਹੈ, ਮੰਨ ਲਓ 40 ਹੋ ਗਈ, ਉਸ ਤੋਂ ਬਾਅਦ ਹੀ ਅਸੀਂ ਥੋੜੇ ਆਪਣੇ ਬੋਡੀ ਦੇ ਚੈੱਕਅਪਸ ਵੱਲ ਧਿਆਨ ਦਿੰਦੇ ਹਾਂ। ਉਸ ਤੋਂ ਪਹਿਲਾਂ ਅਸੀਂ ਕਦੇ ਧਿਆਨ ਨਹੀਂ ਦਿੰਦੇ। ਯੂਜੂਅਲੀ ਜੋ ਹਾਰਟ ਡਿਸੀਜ਼ ਹੈ ਬਲੌਕੇਜ, ਜਿਹਨੂੰ ਅਸੀਂ ਕੋਰੋਨਰੀ ਆਰਟਰੀ ਡਿਸੀਜ਼ ਬੋਲਦੇ ਹਾਂ, ਇਹਦੀ ਯੂਜੂਅਲ ਜਿਹੜੀ ਏਜ ਹੈ ਆਪਾਂ ਬੋਲਦੇ ਹਾਂ 45 ਇਅਰਸ ਤੋਂ ਜ਼ਿਆਦਾ ਮੇਲਸ ਵਿੱਚ ਤੇ 55 ਇਅਰਸ ਤੋਂ ਜ਼ਿਆਦਾ ਫੀਮੇਲਸ ਵਿੱਚ ਕਿ ਬਈ ਇਹ ਵਾਲੀ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ। ਤੇ ਜਿਹੜੇ ਏਸ਼ੀਅਨ ਪੋਪੂਲੇਸ਼ਨ ਹੈਗੀ ਆ ਉੱਥੇ 10 ਸਾਲ ਪਹਿਲੇ ਹਾਰਟ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ, ਸਪੈਸ਼ਲੀ ਜਿਹੜੀ ਸਾਊਥ ਏਸ਼ੀਅਨ ਪੋਪੂਲੇਸ਼ਨ ਹੈ, ਇੰਡੀਆ, ਪਾਕਿਸਤਾਨ, ਸ਼੍ਰੀਲੰਕਾ ਐਂਡ ਸਟੂਡੈਂਟਸ ਜਿਹੜੇ ਬਾਹਰ ਜਾ ਰਹੇ ਨੇ ਪੰਜਾਬ ਤੋਂ, ਬਹੁਤ ਖਬਰਾਂ ਆ ਰਹੀਆਂ ਹੈ, ਬਹੁਤ ਯੰਗ ਏਜ ਦੇ ਵਿੱਚ ਉੱਥੇ ਜਾਂਦੇ ਹੈ ਤੇ ਜਦ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਦ ਪਤਾ ਲੱਗਦਾ ਹੈ ਕਿ ਕਾਰਨ ਹਾਰਟ ਡਿਜ਼ੀਜ਼ ਜਾਂ ਕਾਰਡਿਕ ਅਰੈਸਟ। ਇੰਡੀਅਨ ਜਿਹੜੇ ਹੋ ਕੇ ਹੁੰਦੇ ਨੇ ਉਹ ਬੇਸਿਕਲੀ ਮੋਰ ਆਫ ਐਗਰੀਕਲਚਰਲ ਐਂਡ ਜ਼ਿਆਦਾ ਮਿਹਨਤੀ ਉਹ ਸਭ ਚੀਜ਼ਾਂ ਹੈਗੀਆਂ ਨੇ ਤੇ ਬੇਸਿਕਲੀ देयर आर जीन्स आर नॉट meant for western culture actually। ਤਾਂ ਸਟੂਡੈਂਟਸ ਨੂੰ ਇਹ ਐਡਵਾਈਸ ਕਰੂੰਗਾ ਕਿ ਟੇਕ ਐਡਿਕੁਏਟ ਸਲੀਪ, ਡੋਂਟ ਟੇਕ ਟੂ ਮਚ ਆਫ ਸਟ੍ਰੈਸ, take nuts, fruits and vegetables regularly in diet, do regular physical activity। ਬਦਲਦੇ ਲਾਈਫ ਸਟਾਈਲ ਦੇ ਨਾਲ ਸਾਡਾ ਖਾਣ ਪੀਣ ਵੀ ਬਦਲ ਰਿਹਾ ਹੈ, ਲੇਕਿਨ ਇਸ ਖਾਣ ਪਾਣ ਦੇ ਨਾਲ ਸਾਡੀ ਸਿਹਤ ਤੇ ਵੀ ਇਸ ਦਾ ਕਾਫੀ ਅਸਰ ਹੋ ਰਿਹਾ ਹੈ। ਅਕਸਰ ਅਸੀਂ ਅੱਜਕੱਲ ਜਿਹੜੀ ਖਬਰਾਂ ਪੜ੍ਹ ਰਹੇ ਹਾਂ ਤੇ ਉਸ ਵਿੱਚ ਇਹ ਨਜ਼ਰ ਆ ਰਿਹਾ ਹੈ ਕਿ ਨੌਜਵਾਨਾਂ ਦੇ ਵਿੱਚ ਕਾਰਡਿਕ ਅਰੈਸਟ ਬਹੁਤ ਜ਼ਿਆਦਾ ਕਾਮਨ ਹੋ ਚੁੱਕਿਆ ਹੈ, ਜਿਸ ਦੇ ਕਰਕੇ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਵਿਦੇਸ਼ਾਂ ਤੋਂ ਇਹ ਖਬਰਾਂ ਸਾਹਮਣੇ ਆਉਂਦੀਆਂ ਹੈ ਕਿ ਬਹੁਤ ਘੱਟ ਉਮਰ ਦੇ ਨੌਜਵਾਨ ਜਿਹੜੀ ਹੈ ਆਪਣੀ ਜਾਨ ਗਵਾ ਰਹੇ ਨੇ ਤੇ ਜਦ ਰੀਜ਼ਨ ਦੇਖਿਆ ਜਾਂਦਾ ਹੈ ਤੇ ਉਹ ਕਾਰਡਿਕ ਅਰੈਸਟ ਹੁੰਦਾ ਹੈ। ਆਖਿਰ ਕੀ ਕਾਰਨ ਹੈ ਤੇ ਐਕਚੁਅਲ ਦੇ ਵਿੱਚ ਕੀ ਲੋਕੀ ਆਪਣਾ ਕਿਸ ਤਰੀਕੇ ਨਾਲ ਖਿਆਲ ਰੱਖ ਸਕਦੇ, ਇਹ ਸਾਰੀ ਗੱਲਾਂ ਬਾਤਾਂ ਕਰਨ ਦੇ ਲਈ ਅਸੀਂ ਪਹੁੰਚੇ ਹਾਂ ਕਾਰਡੀਓਲੋਜਿਸਟ ਡਾਕਟਰ ਤਰਨਦੀਪ ਸਿੰਘ ਦੇ ਨਾਲ। ਸਰ, ਜਿਸ ਤਰੀਕੇ ਦੇ ਨਾਲ ਸਾਡਾ ਲਾਈਫ ਸਟਾਈਲ ਮੈਂ ਕਿਹਾ ਕਿ ਚੇਂਜ ਹੋ ਰਿਹਾ ਹੈ, ਹਾਰਟ ਡਿਜ਼ੀਜ਼ਸ ਹੋਣ, ਹਾਰਟ ਅਟੈਕ ਹੋਣ, ਕਾਰਡਿਕ ਅਰੈਸਟ ਹੋਣ, ਪਹਿਲਾਂ ਤਾਂ ਲੋਕੀ ਇਹਨਾਂ ਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੇ। Thank you for giving me this opportunity to talk about heart disease। ਬੇਸਿਕਲੀ ਇਟ ਇਜ਼ ਵੈਰੀ ਇੰਪੋਰਟੈਂਟ ਕਿ ਬਈ ਹਾਰਟ ਡਿਸੀਜ਼ ਕੀ ਹੈਗਾ। ਜਦੋਂ ਆਪਾਂ ਹਾਰਟ ਡਿਸੀਜ਼ ਦੀ ਗੱਲ ਕਰਦੇ ਹਾਂ ਤਾਂ ਮੋਸਟ ਕਾਮਨ ਜੋ ਸਭ ਨੂੰ ਪਤਾ ਹੈਗਾ ਕਿ ਬਈ ਬੇਸਿਕਲੀ ਹਾਰਟ ਦੀ ਜਿਹੜੀ ਨਸਾਂ ਹੁੰਦੀਆਂ ਹੈਗੀਆਂ ਨੇ ਉਹਦੇ ਅੰਦਰ ਬਲੌਕੇਜ ਹੋ ਜਾਂਦੀ ਹੈ, ਜਿਸ ਕਰਕੇ ਹਾਰਟ ਅਟੈਕ ਆ ਜਾਂਦਾ ਹੈਗਾ। ਤੇ ਬੇਸਿਕਲੀ ਦਿਸ ਇਜ਼ ਕੁਆਇਟ ਟਰੂ, ਬਟ ਦੇਰ ਆਰ ਲੋਟਸ ਆਫ ਟਾਈਪਸ ਆਫ ਹਾਰਟ ਡਿਸੀਜ਼ਸ। ਹਾਰਟ ਡਿਸੀਜ਼ਸ ਬੜੇ ਸਾਰੇ ਟਾਈਪਸ ਦੇ ਹੁੰਦੇ ਨੇ, ਜਿਵੇਂ ਬੱਚਿਆਂ ਵਿੱਚ ਕੰਜੀਨਾਈਟਲ ਹਾਰਟ ਡਿਸੀਜ਼ ਹੁੰਦਾ ਹੈਗਾ। ਕੰਜੀਨਾਈਟਲ ਹਾਰਟ ਡਿਸੀਜ਼ ਦਾ ਮਤਲਬ ਹੁੰਦਾ ਜਦੋਂ ਬੱਚਾ ਪੈਦਾ ਹੁੰਦਾ ਹੈਗਾ ਤੇ ਉਹਦੇ ਹਾਰਟ ਵਿੱਚ ਹੋਲ ਹੋ ਸਕਦਾ ਹੈ ਜਾਂ ਉਹਨੂੰ ਲੰਗਸ ਨੂੰ ਪ੍ਰੋਪਰ ਬਲੱਡ ਸਪਲਾਈ ਨਹੀਂ ਜਾਂਦੀ ਹੈਗੀ ਹੈ ਤੇ ਉਸ ਕਰਕੇ ਬੱਚਾ ਨੀਲਾ ਪੈ ਸਕਦਾ ਹੈਗਾ। ਇਸ ਤੋਂ ਇਲਾਵਾ in young adults basically there are different types of cardiomyopathies। cardiomyopathies ਵਿੱਚ ਕੀ ਹੁੰਦਾ ਕਿ ਜਿਹੜੀ ਹਾਰਟ ਦੀ ਮਸਲਸ ਹੁੰਦੀਆਂ ਨੇ ਉਹਨਾਂ ਦੀ ਕਈ ਵਾਰ ਥਿਕਨੈਸ ਵੱਧ ਜਾਂਦੀ ਹੈ, ਜਿਸ ਕਰਕੇ ਹਾਰਟ ਇਲੈਕਟ੍ਰੀਕਲੀ ਅਨਸਟੇਬਲ ਹੋ ਜਾਂਦਾ ਹੈਗਾ। ਤੇ ਇਹ ਦੇਖਿਆ ਗਿਆ ਹੈਗਾ ਡਿਊਰਿੰਗ ਹੈਵੀ ਐਗਜ਼ਰਸ਼ਨ ਔਰ ਡਿਊਰਿੰਗ ਜਿਮ the person can have a certain cardiac arrest, basically ਉਹਦਾ ਹਾਰਟ ਸਟਾਪ ਹੋ ਜਾਂਦਾ ਹੈ and that can lead to death at an early age। so we sometimes confuse it with blockages also। ਤੇ ਮੇਰੀ ਇਹ ਐਡਵਾਈਸ ਰਹਿੰਦੀ ਹੈ ਕਿ ਬਈ ਜਿਹੜੇ ਯੰਗ ਇੰਡੀਵਿਜੂਅਲਸ ਹੈਗੇ ਨੇ ਹੂ ਆਰ ਪਰਸੂਇੰਗ ਪ੍ਰੋਫੈਸ਼ਨਲ ਸਪੋਰਟਸ ਔਰ ਵੈਰੀ ਹਾਈ ਫਿਜ਼ੀਕਲ ਐਕਟੀਵਿਟੀ, ਐਟਲੀਸਟ ਉਹਨਾਂ ਦਾ ਇੱਕ ਬੇਸਲਾਈਨ ECG ਬਹੁਤ ਜ਼ਰੂਰੀ ਹੁੰਦਾ ਹੈਗਾ। ਤੇ ਨਾਓ ਟਾਕਿੰਗ ਆਫ ਬਲੌਕੇजेस ਇਨ ਦੀ ਹਾਰਟ ਵਿਚ ਇਜ਼ ਦ ਮੋਸਟ ਇੰਪੋਰਟੈਂਟ ਟੌਪਿਕ, ਕਿਉਂਕਿ ਇਹ ਮੋਸਟ ਕਾਮਨ ਕਾਜ਼ ਆਫ ਹਾਰਟ ਡਿਸੀਜ਼ ਹੈ ਆਲ ਓਵਰ ਦੀ ਵਰਲਡ। ਤੇ ਬੇਸਿਕਲੀ ਹੁੰਦਾ ਕੀ ਹੈਗਾ, ਬਲੌਕੇਜ ਕੀ ਚੀਜ਼ ਹੈਗੀ ਹੈ। ਤੇ ਬੇਸਿਕਲੀ ਸਾਡਾ ਹਾਰਟ 24 ਘੰਟੇ ਸਾਨੂੰ ਪੂਰੀ ਬੋਡੀ ਨੂੰ ਬਲੱਡ ਪੰਪ ਕਰਦਾ ਹੈਗਾ ਤੇ ਹਾਰਟ ਨੂੰ ਵੀ ਖੁਦ ਨੂੰ ਬਲੱਡ ਸਪਲਾਈ ਚਾਹੀਦੀ ਹੁੰਦੀ ਹੈ ਆਪਣੀ ਨਿਊਟ੍ਰੀਸ਼ਨ ਲਈ।
ਤੇ ਜਿਹੜੀ ਹਾਰਟ ਦੀ ਨਸਾਂ ਹੁੰਦੀਆਂ ਨੇ ਉਹਦੇ ਵਿੱਚ ਅਗਰ ਕੋਲੇਸਟ੍ਰੋਲ ਡਿਪੋਜੀਸ਼ਨ ਹੋ ਜਾਂਦਾ ਅਲੋਂਗ ਵਿਦ ਕੈਲਸ਼ੀਅਮ ਡਿਪੋਜੀਸ਼ਨ ਵਿਚ ਇਜ਼ ਅ ਗ੍ਰੈਜੂਅਲ ਪ੍ਰੋਸੈਸ, ਤੇ ਓਵਰ ਅ ਪੀਰੀਅਡ ਆਫ ਟਾਈਮ ਇਟ ਕੈਨ ਲੀਡ ਟੂ ਡਿਕਰੀਜ਼ ਇਨ ਬਲੱਡ ਸਪਲਾਈ ਟੂ ਦੀ ਹਾਰਟ ਮਸਲਸ ਐਂਡ ਉਸ ਕਰਕੇ ਚੈਸਟ ਪੇਨ ਸ਼ੁਰੂ ਹੋ ਜਾਂਦਾ ਹੈਗਾ। ਅਗਰ ਇਹ ਬਲੋਕੇਜ ਸਡਨਲੀ ਡਿਵੈਲਪ ਹੋ ਜਾਂਦੀ ਹੈ ਤਾਂ ਇਸ ਕਰਕੇ ਹਾਰਟ ਅਟੈਕ ਵੀ ਆ ਸਕਦਾ ਹੈਗਾ। ਠੀਕ ਹੈ, ਅਗਰ ਕਿਸੇ ਨੂੰ ਗ੍ਰੈਜੂਅਲੀ ਬਲੋਕੇਜ ਡਿਵੈਲਪ ਹੁੰਦੀ ਹੈ ਤਾਂ ਪੇਸ਼ੈਂਟ ਨੂੰ ਯੂਜੂਅਲੀ ਐਂਜਾਈਨਾ ਹੋਏਗਾ, ਪੇਸ਼ੈਂਟ ਜਦੋਂ ਤੁਰੇਗਾ ਜਾਂ ਐਗਜ਼ਰਟ ਕਰੇਗਾ ਤਾਂ ਪੇਸ਼ੈਂਟ ਵਿਲ ਹੈਵ ਚੈਸਟ ਪੇਨ। ਔਰ ਸਮਟਾਈਮਸ ਅਗਰ ਕਿਸੇ ਪੇਸ਼ੈਂਟ ਨੂੰ ਡਾਇਬਟੀਜ਼ ਹੁੰਦੀ ਹੈ ਜਾਂ ਐਲਡਰਲੀ ਹੈਗੇ ਨੇ, ਨਾਟ ਨੈਸੈਸਰਲੀ ਦਾ ਪੇਸ਼ੈਂਟ ਵਿਲ ਹੈਵ ਚੈਸਟ ਪੇਨ, ਲੇਕਿਨ ਪੇਸ਼ੈਂਟ ਨੂੰ ਸਾਹ ਦੀ ਦਿੱਕਤ ਹੋ ਸਕਦੀ ਹੈਗੀ ਹੈ। ਸੈਕਿੰਡ ਇਜ਼ ਦੈਟ ਕਿ ਅਗਰ ਸਡਨਲੀ ਕਲੌਟ ਬਣ ਜਾਏ ਬਲੋਕੇਜ ਉੱਤੇ, ਉਹਦੇ ਨਾਲ ਕੀ ਹੁੰਦਾ ਹੈਗਾ ਕਿ ਸਡਨਲੀ ਇੱਕਦਮ ਬਲੱਡ ਸਪਲਾਈ ਹਾਰਟ ਦੀ ਮਸਲਸ ਦੀ ਕੱਟ ਆਫ ਹੋ ਜਾਂਦੀ ਹੈ, ਉਸ ਕਰਕੇ ਹਾਰਟ ਡੈਡ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਓਵਰ ਫਿਊ ਆਵਰਸ ਓਨਲੀ। ਤੇ ਉਹਦੇ ਰੀਜ਼ਨਸ ਕੀ ਹੁੰਦੇ ਨੇ? ਉਹਦਾ ਰੀਜ਼ਨ ਇਹ ਹੁੰਦਾ ਵੀ ਕਿਸੇ ਨੂੰ ਪਹਿਲੇ ਤੋਂ ਐਂਜਾਈਨਾ ਹੈ, ਜ਼ਿਆਦਾ ਧਿਆਨ ਨਹੀਂ ਦਿੱਤਾ ਐਂਡ ਸਡਨਲੀ ਉਹ ਪ੍ਰੋਗਰੈਸ ਕਰਕੇ 90 95 99% ਬਲੋਕੇਜ ਹੋ ਗਈ ਐਂਡ ਸਡਨਲੀ ਦਾ ਮੇ ਬੀ ਐਗਜ਼ਰਟ ਕੀਤਾ, ਉਸ ਕਰਕੇ ਸਡਨਲੀ ਹਾਰਟ ਵਿੱਚ ਕਲੌਟ ਬਣ ਗਿਆ ਤੇ ਇੱਕਦਮ ਅਟੈਕ ਆ ਗਿਆ। ਇਸ ਤੋਂ ਇਲਾਵਾ ਕੀ ਹੁੰਦਾ ਹੈਗਾ, ਦੇਰ ਆਰ ਸਰਟਨ ਪੀਪਲ ਹੂ ਆਰ ਸਮੋਕਰਸ, ਡਾਇਬਟਿਕਸ ਹੁੰਦੇ ਨੇ, ਸਡਨ ਸ਼ੂਗਰ ਲੈਵਲਸ ਵੱਧ ਜਾਂਦੇ ਨੇ, ਉਸ ਕਰਕੇ ਸਡਨਲੀ ਬਲੋਕੇਜ ਉੱਤੇ ਕਲੌਟ ਬਣ ਗਿਆ ਐਂਡ ਦਾ ਪਰਸਨ ਗੈਟਸ ਅ ਹਾਰਟ ਅਟੈਕ। ਸਡਨ ਰਾਈਜ਼ ਇਨ BP and smoking and extreme stress, ਫਿਰ most importantly lack of adequate sleep। ਅਸੀਂ we all know basically ਕਿ ਜਿਹੜਾ insomnia ਹੈਗਾ, lack of sleep ਹੈ, that is a major risk factor for cardiac diseases, ਤੇ it is very important to have good sleep। ਤੇ basically ਇਹ reasons ਹੈਗੇ ਨੇ ਕਿ ਬਈ heart attack ਹੁੰਦਾ ਹੈਗਾ। ਤੇ one advice which I will give to everybody actually ਕਿ you have to see there is a difference in heart attack and angina basically and symptoms because of exertion। ਅਗਰ ਕਿਸੇ ਨੂੰ ਐਂਜਾਈਨਾ ਹੁੰਦਾ ਐਗਜ਼ਰਟ ਕਰਨ ਤੇ, ਚੱਲਣ ਫਿਰਨ ਤੇ ਉਹਨੂੰ ਛਾਤੀ ਦਰਦ ਹੁੰਦਾ ਹੈਗਾ, ਤੇ obviously that is not an emergency but you have to see your physician or cardiologist and he or she will prescribe you medicines ਜਿਸ ਕਰਕੇ ਤੁਹਾਡੇ symptoms ਕੰਟਰੋਲ ਹੋ ਜਾਣਗੇ। ਉਸ ਤੋਂ ਬਾਅਦ ਉਹ ਕਈ ਟੈਸਟ ਹੁੰਦੇ ਨੇ ਜਿਵੇਂ ECG, ECO, TMT, ਨਿਊਕਲੀਅਰ ਸਕੈਨਿੰਗ, CT, ਕੋਰੋਨਰੀ ਐਂਜੀਓਗ੍ਰਾਫੀ, ਉਹਨਾਂ ਨੂੰ ਕਰਦਾ ਹੈਗਾ। ਅਗਰ ਉਹਦੇ 'ਚ ਕੁਛ ਜ਼ਿਆਦਾ ਬਲੋਕੇਜ ਆਉਂਦੀ ਹੈ ਤਾਂ ਫਿਰ ਐਂਜੀਓਗ੍ਰਾਫੀ ਕੀਤੀ ਜਾਂਦੀ ਹੈਗੀ ਹੈ, ਤੇ ਉਸ ਤੋਂ ਬਾਅਦ ਅਗਰ ਉਹਦੇ 'ਚ ਕੁਛ ਜ਼ਿਆਦਾ ਪ੍ਰੋਬਲਮ ਆਏਗੀ ਤੇ ਯੂ ਮਾਈਟ ਨੀਡ ਅ ਸਟੈਂਟ ਔਰ ਯੂ ਮਾਈਟ ਈਵਨ ਨੀਡ ਅ ਬਾਈਪਾਸ ਸਮਟਾਈਮਸ। ਨਾਓ ਦ ਥਿੰਗ ਇਜ਼ ਦੈਟ ਇਟ ਹੈਜ਼ ਟੂ ਬੀ ਡਿਫਰੈਂਸ਼ੀਏਟਡ ਫਰੋਮ ਹਾਰਟ ਅਟੈਕ। ਹਾਰਟ ਅਟੈਕ ਉਹੋ ਜਿਹੀ ਕੰਡੀਸ਼ਨ ਹੈ ਵਿਚ ਇਜ਼ ਐਕਸਟ੍ਰੀਮ ਐਮਰਜੈਂਸੀ, ਬਿਕੋਜ਼ ਅਸੀਂ ਜਿੰਨਾ ਟਾਈਮ ਵੇਸਟ ਕਰਾਂਗੇ ਸਾਡਾ ਹਾਰਟ ਉਨਾ ਹੀ ਡੈਮੇਜ ਹੋ ਜਾਏਗਾ ਐਂਡ ਦੈਟ ਡੈਮੇਜ ਵਿਲ ਬੀ ਪਰਮਾਨੈਂਟ। ਠੀਕ ਹੈ, 3 out of 10 patients of heart attack don't reach the hospital actually, because ਕੀ ਹੁੰਦਾ ਹੈਗਾ after a heart attack the heart becomes electrically unstable and heart suddenly stops। ਜਿਹੜੇ ਬਾਕੀ patient hospital ਪਹੁੰਚਦੇ ਨੇ ਤੇ most of the time there is like apprehension and confusion regarding ਕਿ ਬਈ ਹਾਰਟ ਦਾ ਟ੍ਰੀਟਮੈਂਟ ਕਰਾਉਣਾ ਹੈ ਕਿ ਨਹੀਂ, ਬਈ ਸਟੈਂਟ ਪੈ ਜਾਏਗਾ and it will be a lifelong thing। so don't waste your time if your diagnosis is clear। ਅਗਰ ਤੁਹਾਨੂੰ ਹਾਰਟ ਅਟੈਕ ਹੈ the treatment is primary angioplasty। Primary angioplasty means the immediate opening of the blood vessel in case of a heart attack, because it will be a life threatening thing otherwise for the patient। so what I will advise, if somebody is having a heart attack, don't waste time, undergo angioplasty on an early basis। लेकिन अगर किसी ਨੂੰ otherwise symptoms ਹੈਗੇ ਨੇ, heart attack ਨਹੀਂ ਹੈਗਾ, mild angina ਹੈਗਾ, ਤੇ we always have time। you can just go and discuss the things with your cardiologist। ਉਹ ਫਿਰ properly ਤੁਹਾਡਾ evaluation ਕਰੇਗਾ, ਤੁਹਾਡਾ risk factors ਦੇਖੇਗਾ, ਤੁਹਾਨੂੰ medicine prescribe ਕਰੇਗਾ and sometimes medicine do wonders actually। ਸਿੰਪਟਮ ਦੀ ਗੱਲ ਕੀਤੀ ਕਿ ਇੱਕ ਛਾਤੀ ਦੇ ਵਿੱਚ ਦਰਦ ਹੋਏਗਾ, ਲੇਕਿਨ ਜਿਹੜੇ ਅਸੀਂ ਕੀ ਕਰਦੇ ਹਾਂ ਕਿ ਜਦ ਸਾਡੀ ਇੱਕ ਸਰਟਨ ਏਜ ਹੋ ਜਾਂਦੀ ਹੈ, ਮੰਨ ਲਓ 40 ਹੋ ਗਈ, ਉਸ ਤੋਂ ਬਾਅਦ ਹੀ ਅਸੀਂ ਜੁੜੇ ਆਪਣੇ ਬੋਡੀ ਦੇ ਚੈੱਕਅਪਸ ਵੱਲ ਧਿਆਨ ਦਿੰਦੇ ਹਾਂ, ਉਸ ਤੋਂ ਪਹਿਲਾਂ ਅਸੀਂ ਕਦੇ ਧਿਆਨ ਵੀ ਨਹੀਂ ਦਿੰਦੇ। ਸੋ ਆਈ ਥਿੰਕ ਦਿਸ ਇਜ਼ ਅ ਵੈਰੀ ਗੁੱਡ ਕੁਐਸਚਨ ਐਕਚੁਅਲੀ। ਠੀਕ ਹੈ, ਤੇ ਐਕਚੁਅਲੀ ਇਹਦੇ ਲਈ ਸਾਨੂੰ ਬੇਸਿਕਲੀ ਇਹਦਾ ਜਵਾਬ ਇਹ ਹੈਗਾ ਕਿ ਦੇਖੋ ਯੂਜੂਅਲੀ ਜੋ ਹਾਰਟ ਡਿਸੀਜ਼ ਹੈ ਬਲੋਕੇਜ, ਜਿਹਨੂੰ ਅਸੀਂ ਕੋਰੋਨਰੀ ਆਰਟਰੀ ਡਿਸੀਜ਼ ਬੋਲਦੇ ਹਾਂ, ਇਹਦੀ ਯੂਜੂਅਲ ਜਿਹੜੀ ਏਜ ਹੈ ਆਪਾਂ ਬੋਲਦੇ ਹਾਂ 45 ਈਅਰਸ ਤੋਂ ਜ਼ਿਆਦਾ ਮੇਲਸ ਵਿੱਚ ਤੇ 55 ਈਅਰਸ ਤੋਂ ਜ਼ਿਆਦਾ ਫੀਮੇਲਸ ਵਿੱਚ, ਕਿ ਬਈ ਇਹ ਵਾਲੀ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ। ਫੀਮੇਲਸ ਵਿੱਚ ਥੋੜਾ ਇਸ ਕਰਕੇ ਲੇਟ ਸ਼ੁਰੂ ਹੁੰਦੀਆਂ ਨੇ ਕਿ ਬਈ ਜਿਹੜਾ ਉਹਨਾਂ ਦੇ ਹਾਰਮੋਨਸ ਹੁੰਦੇ ਨੇ ਉਹ ਪ੍ਰੋਟੈਕਟਿਵ ਹੁੰਦੇ ਨੇ ਹਾਰਟ ਡਿਸੀਜ਼ ਲਈ। ਬਟ ਯੂ ਸੀ ਵਿਦ ਗਲੋਬਲਾਈਜੇਸ਼ਨ ਐਂਡ ਚੇਂਜਿੰਗ ਲਾਈਫ ਸਟਾਈਲ, ਵੇਅਰ like earlier ਕੀ ਹੁੰਦਾ ਸੀ ਕਿ ਬਈ these all studies were done in European and American population,
ਨਾਓ ਹਰ ਥਾਂ ਚਾਹੇ ਉਹ ਕੈਨੇਡਾ ਹੋਏ ਚਾਹੇ US ਹੋਏ ਜਾਂ ਆਸਟ੍ਰੇਲੀਆ ਹੋਏ ਐਵਰੀਵੇਅਰ ਏਸ਼ੀਅਨਸ ਆਰ देयर ਬੇਸਿਕਲੀ ਤਾਂ ਜਿਹੜੀ ਪੋਪੂਲੇਸ਼ਨ ਹੈ ਉਹ ਮਿਕਸਡ ਪੋਪੂਲੇਸ਼ਨ ਹੈਗੀ ਹੈ ਤੇ ਜਿਹੜੇ ਏਸ਼ੀਅਨ ਪੋਪੂਲੇਸ਼ਨ ਹੈਗੀ ਹੈ ਉੱਥੇ 10 ਸਾਲ ਪਹਿਲੇ ਹਾਰਟ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ ਸਪੈਸ਼ਲੀ ਜਿਹੜੀ ਸਾਊਥ ਏਸ਼ੀਅਨ ਪੋਪੂਲੇਸ਼ਨ ਹੈ ਇੰਡੀਆ ਪਾਕਿਸਤਾਨ ਸ਼੍ਰੀਲੰਕਾ ਐਂਡ ਆਲ ਤੇ ਬੇਸਿਕਲੀ what happens ਕਿ after usually the guidelines suggest ਕਿ ਆਪਾਂ 45 ਸਾਲ ਤੋਂ ਬਾਅਦ ਇਹ ਸਾਰੇ ਚੈੱਕਅਪ ਕਰਾਉਣੇ ਨੇ ਇਹ ਸਭ ਚੀਜ਼ਾਂ ਕਰਨੀਆਂ ਨੇ but I will suggest even at the age of 40 or maybe even 35 if your lifestyle is not good if you are working under a lot of stress if you have a very significant family history then we should at least go for some basic tests which guidelines also recommend for example ਜਿਵੇਂ ਆਪਾਂ lipid profile ਦੀ ਗੱਲ ਕਰਦੇ ਹਾਂ lipid profile is usually recommended ਕਿ ਭਈ 20 ਸਾਲ ਤੋਂ ਬਾਅਦ 5 ਸਾਲ ਵਿੱਚ ਇੱਕ ਵਾਰੀ ਕਰਾਉਣਾ ਹੈਗਾ ਅਗਰ ਤੁਹਾਡਾ lipid profile normal ਹੈਗਾ ਅਗਰ ਕਿਸੇ ਦਾ lipid profile ਖਰਾਬ ਆਂਦਾ ਹੈਗਾ ਤਾਂ obviously as per the advice of the physician you can get it earlier also. Similarly, sugar levels, I will suggest that after the age of like 30, you can get it done every 2-3 years if they are normal. If they are abnormal, you can very well consult a physician or a cardiologist. Secondly, एक बहुत important चीज़ है which we all miss actually. You see now in pregnancy, in females specifically, ਆਪਾਂ ਕਹਿੰਦੇ ਹਾਂ ਕਿ ਵੀ ਫੀਮੇਲ ਜਿਹੜੇ ਹੈਗੇ ਉਹਨਾਂ ਨੂੰ ਹਾਰਟ ਡਿਸੀਜ਼ ਦਾ 50 ਸਾਲ ਤੋਂ ਬਾਅਦ ਹੀ ਹੁੰਦਾ ਹੈਗਾ ਉਸ ਤੋਂ ਪਹਿਲੇ ਨਹੀਂ ਹੁੰਦਾ ਹੈਗਾ but those females in pregnancy specifically if they are having pregnancy induced hypertension ਅਗਰ ਉਹਨਾਂ ਨੂੰ pregnancy ਵਿੱਚ hypertension ਹੈ ਜਾਂ even ਉਹਨਾਂ ਦਾ sugar levels borderline ਹੈਗੇ ਨੇ pregnancy they are at very high risk of developing future hypertension after pregnancy ਤੇ ਉਸ ਤੋਂ ਇਲਾਵਾ ਉਹਨਾਂ ਨੂੰ ਅੱਗੇ ਸ਼ੂਗਰ ਦੀ ਵੀ ਪ੍ਰੋਬਲਮ ਹੋ ਸਕਦੀ ਹੈ ਤੇ ਉਹਨਾਂ ਨੂੰ ਅੱਗੇ ਆਪਣੇ ਡਾਕਟਰ ਦੇ ਫਾਲੋਅਪ ਵਿੱਚ ਜ਼ਰੂਰ ਰਹਿਣਾ ਚਾਹੀਦਾ ਹੈਗਾ ਸਟੂਡੈਂਟਸ ਜਿਹੜੇ ਬਾਹਰ ਜਾ ਰਹੇ ਨੇ ਪੰਜਾਬ ਤੋਂ ਬਹੁਤ ਖਬਰਾਂ ਆ ਰਹੀਆਂ ਬਹੁਤ ਯੰਗ ਏਜ ਦੇ ਵਿੱਚ ਉੱਥੇ ਜਾਂਦੇ ਹੈ ਤੇ ਜਦ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਦ ਪਤਾ ਲੱਗਦਾ ਹੈ ਕਿ ਕਾਰਨ ਹਾਰਟ ਡਿਜ਼ੀਜ਼ ਜਾਂ ਕਾਰਡਿਕ ਅਰੈਸਟ ਹੀ ਹੁੰਦਾ ਹੈ So I think this is a very important question because students are always future of the country basically. ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਵੀ ਦੇਖੋ ਜਦੋਂ ਵੀ ਅਸੀਂ ਕੋਈ ਆਪਾਂ ਨਿਊਜ਼ ਸੁਣਦੇ ਹਾਂ ਤੇ ਦੇਖੋ we don't have a complete information medical history of the person. Sometimes somebody might be taking drugs or smoking or something like that. ਠੀਕ ਹੈ ਤੇ what I will advise ਇੱਕ ਤਾਂ students ਨੂੰ ਇਹੀ advise ਕਰੂੰਗਾ ਕਿ take adequate sleep, don't take too much of stress. Take nuts, fruits and vegetables regularly in diet, do regular physical activity because these are not the conditions hard thing should not be coming at this young age actually the main reason hi hai because our lifestyle is not good we are not talking with friends we are not talking with relatives we are not following a healthy lifestyle we are not doing any yoga meditation or any kind of recreational activities I will advise ki koi घबराने ਦੀ ਜ਼ਰੂਰਤ ਨਹੀਂ ਹੈਗੀ ਹੈ you can just go to your physician or your doctor you can just talk if you are in stress or anxiety or insomnia and you can just discuss if there are any issues secondly if you are planning to start doing gym and any professional sports they obviously you should consult a proper person and then only start doing these physical activities and don't take very high caffeinated drinks actually because these can lead to electrical imbalances in the heart which can lead to sudden cardiac arrest sometimes ਇਹ ਵੀ ਕਹਿ ਸਕਦੇ ਹਾਂ ਕਿ ਸਰ ਜਿਵੇਂ ਇੰਡੀਆ 'ਚ ਪਹਿਲੇ ਸੀਗੇ ਉਹ ਰਹਿ ਰਹੇ ਸੀ ਬੱਚੇ ਉਸ ਤੋਂ ਬਾਅਦ ਬਾਹਰ ਜਾਂਦੇ ਥੋੜਾ ਜਿਹਾ ਜਿਹੜਾ ਬਦਲਾਵ ਹੋ ਜਾਂਦਾ ਹੈ ਉਹ ਵੀ ਰੀਜ਼ਨ ਹੋ ਸਕਦਾ ਹੈ so this is a very important question there is a theory actually there is a theory ਉਹ theory ਕੀ ਕਿਹਾ ਜਾਂਦਾ ਹੈਗਾ basically ਕਿ ਇੰਡੀਅਨਸ ਜਿਹੜੇ ਹੁੰਦੇ ਨੇ ਉਹ basically more of agricultural and ਜ਼ਿਆਦਾ ਮਿਹਨਤੀ ਉਹ ਸਭ ਚੀਜ਼ਾਂ ਹੈਗੀਆਂ ਨੇ ਤੇ basically there are genes are not meant for Western culture actually so when there is a change in like eating habits and other kind of things when they go to like Western countries and all ਤੇ definitely ਉਹਨਾਂ ਦਾ ਜਿਹੜਾ cardiac risk ਹੈ ਉਹ ਜ਼ਿਆਦਾ ਹੁੰਦਾ ਹੈ ਤੇ ਇਹ ਬਾਕੀ ਉੱਥੇ ਜਿਹੜੀ ਸਟੱਡੀਜ਼ ਵੀ ਹੋਈਆਂ ਨੇ ਯੂਰਪ ਤੇ US ਬੇਸਡ ਕੰਟਰੀਜ਼ ਵਿੱਚ ਤੇ ਉੱਥੇ ਇਹੀ ਦੇਖਿਆ ਗਿਆ ਹੈ ਕਿ ਵੀ ਜਿਹੜਾ ਏਸ਼ੀਅਨਸ ਹੈਗੇ ਨੇ ਹਾਰਟ ਡਿਸੀਜ਼ ਉਹਨਾਂ ਹੀ ਸਭ ਤੋਂ ਜ਼ਿਆਦਾ ਹੈਗਾ ਐਜ਼ ਕੰਪੇਅਰ ਟੂ ਵਾਈਟ ਪੋਪੂਲੇਸ਼ਨ ਕੀ ਕਰ ਸਕਦੇ ਹੋ ਬੱਚੇ ਜਿਵੇਂ ਜਾਣ ਇੱਥੋਂ ਕੀ ਉਹਨਾਂ ਦੇ ਲਈ ਸਰ ਤੁਸੀਂ ਸੁਝਾਅ ਦੋਗੇ ਜਾਂ ਕਿਸ ਤਰੀਕੇ ਦੇ ਨਾਲ ਜੇ ਉਹਨਾਂ ਨੂੰ ਹਾਰਟ ਡਿਜ਼ੀਜ਼ਸ ਹੈ ਜਾਂ ਆਪਣੇ ਆਪ ਨੂੰ ਫਿਟ ਰੱਖਣ ਦੇ ਲਈ ਕੀ ਕੁਝ ਕੀਤਾ ਜਾਵੇ ਤੇ ਮੇਰੀ ਤਾਂ ਦੇਖੋ ਪਹਿਲੀ ਐਡਵਾਈਸ ਇਹ ਰਹੀ ਕਿ ਡੋਂਟ ਟੇਕ ਟੂ ਮਚ ਆਫ ਸਟ੍ਰੈਸ ਬੇਸਿਕਲੀ ਬਿਕਾਜ਼ ਦੇਖੋ ਦਿਸ ਪ੍ਰੋਬਲਮ ਇਜ਼ ਨਾਟ देयर in US only this is happening everywhere in the whole world actually we see actually I tell you I see more young patients than adult patients daily on a routine basis and most of the time they come to rule out for any cardiac condition and all but most of the time they are suffering from anxiety and depression so pehli cheez ta hai ki bhai you should be talking with your friends
most importantly. You should be talking with your family because you are going to a new place. Things are not very easy when you are going to a new place. Things are difficult. ਤੇ ਤੁਹਾਨੂੰ ਐਡਜਸਟ ਹੋਣ ਤੇ ਟਾਈਮ ਲੱਗਦਾ ਹੈਗਾ ਤੇ ਉਹੀ ਇੰਪੋਰਟੈਂਟ ਚੀਜ਼ ਹੈ ਕਿ ਬਈ ਇੱਕ ਵਾਰੀ ਤੁਸੀਂ ਜਾ ਕੇ ਐਡਜਸਟ ਹੋ ਗਏ ਐਂਡ ਯੂ ਹੈਵ ਅ ਗੁੱਡ ਲਾਈਫ ਸਟਾਈਲ. And most important चीज की है कि primary health checkups, they are very much necessary. If you are working in some company, I think most of the companies are doing that. They are getting the regular health checkups done for their employees and all. I think that should be followed. And most important is that ki eat nuts and fruits. That is very important. ਖਾਣ ਪੀਣ ਤੇ ਧਿਆਨ ਰੱਖਣਾ ਚਾਹੀਦਾ ਹੈ ਤੇ ਸਟ੍ਰੈਸ ਨਹੀਂ ਲੈਣਾ ਚਾਹੀਦਾ ਕਿਉਂਕਿ ਸਟ੍ਰੈਸ ਦਾ ਕਾਰਨ ਹੀ ਕਈ ਬਿਮਾਰੀਆਂ ਹੁੰਦੀ ਹੈ. ਕੁਝ ਸੁਝਾਅ ਵੀ ਦਿੱਤੇ ਨੇ ਡਾਕਟਰ ਤਨਦੀਪ ਨੇ ਤੇ ਖਾਸ ਕਰ ਜਿਹੜੇ ਯੰਗ ਨੇ, ਨੌਜਵਾਨ ਨੇ, ਚਾਹੇ ਉਹ ਕੁੜੀਆਂ ਨੇ ਜਾਂ ਫਿਰ ਮੁੰਡੇ ਨੇ, ਉਹਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਕਿ ਕਿਹੜੀ ਚੀਜ਼ਾਂ ਉਹਨਾਂ ਦੀ ਸਿਹਤ ਦੇ ਵਾਸਤੇ ਸਹੀ ਹੈ ਜਾਂ ਫਿਰ ਨਹੀਂ, ਕਿਉਂਕਿ ਆਪਣੀ ਜਿਹੜੀ ਹੈਲਥ ਹੈ ਆਪਣੇ ਹੱਥ ਹੀ ਹੁੰਦੀ ਹੈ. ਕੈਮਰਾ ਪਰਸਨ ਅਮਿਤ ਦੇ ਨਾਲ ਪੂਜਾ ਵਰਮਾ, ਸਾਂਝਾ ਟੀਵੀ, ਚੰਡੀਗੜ੍ਹ.